ਪ੍ਰਾਈਮ ਏਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੁਹਾਨੂੰ ਪਤਾ ਹੀ ਹੈ ਕਿ ਹਰ ਰੋਜ਼ ਇਸ ਸਮੇਂ ਅਸੀਂ ਦਿਨ ਦੀਆਂ ਤਾਜ਼ਾ ਤਰਾਰ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਲਈ ਮੇਰੇ ਨਾਲ ਸ਼ਾਮਲ ਹੁੰਦੇ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਅੱਜ ਵੀ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ। ਭਾਰਤ ਦੀ ਬਣਾਈ ਹੋਈ ਕਰੋਨਾ ਵਾਇਰਸ ਦੀ ਵੈਕਸੀਨ ਕੁਝ ਕੁ ਦੇਸ਼ਾਂ ਨੂੰ ਹੋਰ ਜਾਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਉੱਤਰਾਖੰਡ ਵਿੱਚ ਮੁੱਖ ਮੰਤਰੀ ਨਵੇਂ ਬਣੇ ਆ। ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਭਾਰਤ ਵਿੱਚ ਕਰੋਨਾ ਵਾਇਰਸ ਦੀ ਜੋ ਵੈਕਸੀਨ ਬਣੀ ਹੈ ਉਹਦੀ ਕਾਫੀ ਦੁਨੀਆ ਵਿੱਚ ਚਰਚਾ ਹੈ ਤੇ ਕਈ ਦੇਸ਼ ਤਾਂ ਹੁਣ ਖਰੀਦ ਚੁੱਕੇ ਆ, ਕਈਆਂ ਨੂੰ ਮੁਫਤ ਵਿੱਚ ਦਿੱਤੀ ਜਾ ਰਹੀ। ਹੁਣ ਪਾਕਿਸਤਾਨ ਨੂੰ ਵੀ ਕਰੋਨਾ ਵਾਇਰਸ ਦੀ ਵੈਕਸੀਨ ਭੇਜੀ ਜਾਵੇ, ਕਿਵੇਂ ਦੇਖਦੇ ਹੋ? ਦੇਖੋ, ਇਹਦੇ ਉੱਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ। ਸਾਡੇ ਦੇਸ਼ ਦੀ ਇੱਕ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਲੋਕਾਂ ਨੂੰ ਅਜੇ ਪੂਰੀ ਮਿਲਦੀ ਨਹੀਂ ਤੇ ਤੁਸੀਂ ਬਾਹਰ ਦਾਨੀ ਪੁਰਸ਼ ਬਣੇ ਹੋ, ਕਿਉਂ ਬਾਹਰ ਵੰਡਦੇ ਫਿਰਦੇ ਹੋ। ਅਸਲ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਇੱਕ ਵਾਅਦਾ ਕੀਤਾ ਹੋਇਆ, ਇੱਕ ਫੈਸਲਾ ਸਮਝੌਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ, WHO ਨਾਲ ਜੀ। ਉਹਦੇ 'ਚ ਕਈ ਦੇਸ਼ਾਂ ਨੂੰ ਦਿੱਤੀ ਗਈ ਹੈ ਵੈਕਸੀਨ। ਕੁਝ ਦੇਸ਼ਾਂ ਨੂੰ ਲਿਹਾਜੀ ਤੌਰ 'ਤੇ ਵੀ ਦਿੱਤੀ ਗਈ। ਭਾਰਤ ਨੇ ਜਿਨ੍ਹਾਂ ਦੀਆਂ ਜ਼ਿਆਦੀਆਂ ਸਾਂਝਾਂ ਭਾਰਤ ਦੇ ਨਾਲ ਜਾਂ ਭਾਰਤ ਦੀ ਸਰਕਾਰ ਨਾਲ, ਉਹਨਾਂ ਨੂੰ ਵੱਖਰੇ ਤੌਰ 'ਤੇ ਵੀ ਦਿੱਤੀ ਗਈ ਹੈ ਜੀ। ਪਰ ਕੁਝ ਦੇਸ਼ਾਂ ਨੂੰ ਉਸ ਸਮਝੌਤੇ ਹੇਠ ਵੀ ਦਿੱਤੀ ਜਾ ਰਹੀ ਹੈ। ਹੁਣ ਪਾਕਿਸਤਾਨ ਨਾਲ ਸਿੱਧੇ ਤੌਰ 'ਤੇ ਸਾਂਝ ਅੱਜ ਕੱਲ੍ਹ ਕੋਈ ਨਹੀਂ, ਬਿਲਕੁਲ, ਪਰ ਮਨੁੱਖੀ ਆਧਾਰ ਦੇ ਉੱਤੇ ਕਈ ਲੋਕ ਕਹਿੰਦੇ ਸੀ ਕਿ ਪਾਕਿਸਤਾਨ ਨੂੰ ਵੀ ਦੇ ਦੇਣੀ ਚਾਹੀਦੀ ਹੈ, ਕੁਝ ਲੋਕ ਕਹਿੰਦੇ ਸੀ ਨਹੀਂ ਦੇਣੀ ਚਾਹੀਦੀ ਜੀ। ਇਤਰਾਜ਼ ਕਰਨ ਵਾਲੇ ਵੀ ਇੱਥੇ ਬੈਠੇ ਸੀ। ਕੱਲ੍ਹ ਪਾਕਿਸਤਾਨ ਦਾ ਜਿਹੜਾ ਮੰਤਰੀ ਹੈ, ਉਹਨੇ ਸਿਹਤ ਵਿਭਾਗ ਦੀ ਰਿਪੋਰਟ ਉੱਥੇ ਪਾਰਲੀਮੈਂਟ ਦੀ ਲੋਕ ਲੇਖਾ ਕਮੇਟੀ, ਪਬਲਿਕ ਅਕਾਊਂਟਸ ਕਮੇਟੀ ਉਹਦੇ ਸਾਹਮਣੇ ਪੇਸ਼ ਕੀਤੀ ਹੈ ਜੀ। ਉਹਦੇ 'ਚ ਉਹਨਾਂ ਨੇ ਦੱਸਿਆ ਕਿ ਇੰਨੀਆਂ ਅਸੀਂ ਵੈਕਸੀਨ ਲਾ ਚੁੱਕੇ ਹਾਂ, ਇੰਨੀਆਂ ਜੇ ਹੋਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ 'ਚ ਉਹਨਾਂ ਨੇ ਆਖਿਆ ਜਿਹੜੀਆਂ 5-6 ਅਸੀਂ ਪ੍ਰਵਾਨ ਕੀਤੀਆਂ, ਉਹਨਾਂ 'ਚ 2 ਵੈਕਸੀਨ ਇਹਨਾਂ ਦੀਆਂ ਚੀਨ ਦੀਆਂ ਨੇ, ਇੱਕ ਰੂਸ ਦੀ ਆ, ਇੱਕ ਉਹਨਾਂ ਨੇ ਅਮਰੀਕਾ ਦੀ ਪਾਸ ਕੀਤੀ ਆ, ਇੱਕ ਇਹ ਭਾਰਤ ਵਾਲੀ ਜਿਹੜੀ ਐਸਟਰਾਜ਼ੈਨੇਕਾ ਤੇ ਸੀਰਮ ਇੰਸਟੀਚਿਊਟ ਨੇ ਬਣਾਈ ਆ ਕੋਵਾਸ਼ੀਲਡ, ਉਹ ਇਹਨਾਂ ਨੇ ਪ੍ਰਵਾਨ ਕੀਤੀ ਹੈ। ਉਹਨੇ ਆਖਿਆ ਜੀ ਉਹ ਸਾਡੀ ਗੱਲ ਹੋ ਗਈ ਆ, ਭਾਰਤ ਵਾਲੇ ਸਾਨੂੰ ਦੇਣਗੇ। ਉਹ WHO ਦੇ ਸਾਰੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਥਰੂ, ਉਹਨਾਂ ਦੇ ਅੰਡਰ ਸਾਨੂੰ ਮਿਲੂਗੀ ਤੇ ਛੇਤੀ ਮਿਲ ਜਾਣੀ ਆ। ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਉਹ ਲਾਵਾਂਗੇ। ਮੇਰਾ ਖਿਆਲ ਹੈ ਕਿ ਲੜਾਈ ਝਗੜੇ ਖਿੱਚੋ ਤਾਣ ਆਪਣੀ ਥਾਂ 'ਤੇ ਚੱਲਦੀ ਰਹਿੰਦੀ ਆ, ਪਰ ਕੁਝ ਮੌਕੇ ਇਹੋ ਜਿਹੇ ਹੁੰਦੇ ਆ ਜਦੋਂ ਇੱਕ ਦੂਸਰੇ ਦੀ ਮਦਦ ਵੀ ਕਰੀਦੀ ਹੈ। ਇੱਕ ਵਾਰੀ ਪਾਕਿਸਤਾਨ ਦੇ ਤੇ ਭਾਰਤ ਦੇ ਵਿਚਾਲੇ ਜਿਹੜਾ ਸਭ ਤੋਂ ਉੱਚਾ ਮੋਰਚਾ ਸਿਆਚਿਨ ਗਲੇਸ਼ੀਅਰ ਦਾ, ਉਹਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਇੰਨਾ ਵੱਡਾ ਤੂਫਾਨ ਆ ਗਿਆ ਜੀ ਕਿ ਉੱਥੇ ਜਿੰਨੇ ਉਹਨਾਂ ਦੇ ਕੈਂਪ ਕੁੰਪ ਸੀ ਸਭ ਤਬਾਹ ਹੋ ਗਿਆ। ਬੰਦੇ ਸਾਰੇ ਤੂਫਾਨ 'ਚ ਮਰ ਜਾਣੇ ਸੀ। ਫਿਰ ਉਰਲੇ ਪਾਸੇ ਖਿੱਚ ਕੇ ਲਿਆਂਦੇ ਗਏ। ਇੱਥੇ ਜਿਹੜੇ ਸਨ ਉਹ ਆਪ ਹੀ ਦੌੜ ਦੌੜ ਕੇ ਇੱਧਰ ਆ ਗਏ ਕਿ ਸਾਡਾ ਬਚਾਅ ਕਰੋ ਜੀ। ਸਾਡੀ ਭਾਰਤੀ ਫੌਜ ਜਿਹੜੀ ਉੱਧਰ ਬੰਦੂਕਾਂ ਤਾਣ ਕੇ ਖੜੀ ਸੀ, ਜਿਹੜੇ ਇਹਨਾਂ ਵੱਲ ਬੰਦੂਕਾਂ ਤਾਣ ਕੇ ਖੜੇ, ਉਹਨਾਂ ਨੂੰ ਇਹਨਾਂ ਨੇ ਪਨਾਹ ਦਿੱਤੀ, ਖਾਣਾ ਪੀਣਾ ਦਿੱਤਾ, ਮੈਡੀਕਲ ਏਡ ਦਿੱਤੀ, ਸਾਰਾ ਕੁਝ ਕੀਤਾ। ਤੇ ਜਦੋਂ ਤੂਫਾਨ ਲੰਘ ਗਿਆ ਫਿਰ ਉਹਨਾਂ ਨੂੰ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਦੇ ਹਵਾਲੇ ਕੀਤਾ। ਤੇ ਕਮਾਲ ਦੀ ਗੱਲ ਇਹ ਕਿ ਸਿਰਫ ਉਹਨਾਂ ਨੂੰ ਹਵਾਲੇ ਨਹੀਂ ਕੀਤਾ, ਜਿਹੜੀਆਂ ਬੰਦੂਕਾਂ ਪਹਿਲਾਂ ਇਹਨਾਂ 'ਤੇ ਚੱਲਦੀਆਂ ਰਹਿੰਦੀਆਂ ਸੀ ਤੇ ਜਿਹੜੀਆਂ ਉਹ ਮਸ਼ੀਨ ਗੰਨਾਂ ਫਿਰ ਵੀ ਇਹਨਾਂ 'ਤੇ ਚੱਲਣੀਆਂ ਸੀ, ਉਹ ਵੀ ਨਾਲ ਹੀ ਉਹਨਾਂ ਨੂੰ ਆਖਿਆ ਗਿਣ ਕੇ ਲੈ ਜਾਓ, ਇੰਨੀਆਂ ਤੁਹਾਡੀਆਂ ਸੀ ਸਾਡੇ ਕੋਲ, ਆਹ ਚੱਕ ਲਓ। ਉਹ ਵੀ ਸਾਰੀਆਂ ਦੀ ਸਾਰੀਆਂ ਵਾਪਸ ਕਰਤੀਆਂ ਸਨ। ਇਹ ਗੱਲਾਂ ਵੀ ਹੋ ਚੁੱਕੀਆਂ ਨੇ ਪਿਛਲੇ ਸਮੇਂ 'ਚ। ਕੁਝ ਮੌਕੇ ਇਸ ਤਰ੍ਹਾਂ ਦੇ ਹੁੰਦੇ ਆ ਜਿੱਥੇ ਜਾ ਕੇ ਨਾ ਮਨੁੱਖੀ ਪੱਖ ਜਿਹੜਾ ਵੇਖਣਾ ਪੈਂਦਾ। ਜੇ ਪਾਕਿਸਤਾਨ ਨੂੰ ਜੇ ਭਾਰਤ ਤੋਂ ਵੈਕਸੀਨ ਦਿੱਤੀ ਜਾ ਰਹੀ ਹੈ ਤੇ ਕੋਈ ਗਲਤ ਨਹੀਂ ਕੀਤਾ ਜਾ ਰਿਹਾ, ਇਸ ਮੌਕੇ ਲੋੜ ਹੈ ਇੱਕ ਦੂਜੇ ਦੀ ਬਾਂਹ ਫੜਨ ਦੀ। ਬਿਲਕੁਲ। ਪਰ ਸਭ ਉੱਤਰਾਖੰਡ ਦੇ ਵਿੱਚ ਹੁਣ ਨਵਾਂ ਮੁੱਖ ਮੰਤਰੀ ਮਿਲ ਗਿਆ। ਵੈਸੇ ਤਾਂ ਕਈ ਥਾਵਾਂ 'ਤੇ ਇੱਦਾਂ ਹੁੰਦਾ ਜਦੋਂ ਸੰਸਥਾਵਾਂ ਦੀ ਚੋਣ ਹੁੰਦੀ ਹੈ ਤੇ ਕਹਿੰਦੇ ਥੈਲੇ ਵਿੱਚੋਂ ਪਰਚੀ ਕੱਢੀ ਜਾਂਦੀ ਹੈ ਤੇ ਬੰਦਾ ਚੁਣ ਲਿਆ ਜਾਂਦਾ। ਤੁਸੀਂ ਕਿਵੇਂ ਦੇਖਦੇ ਹੋ ਹੁਣ ਇਸ ਦੀ ਚੋਣ ਨੂੰ? ਦੇਖੋ, TS ਰਾਵਤ ਦੀ ਥਾਂ ਤੇ TS ਰਾਵਤ ਆ ਗਿਆ। ਅੱਗੇ ਤਰਵਿੰਦਰ ਸਿੰਘ ਰਾਵਤ ਸੀ, ਹੁਣ ਤੀਰਥ ਸਿੰਘ ਰਾਵਤ ਆ ਗਿਆ। ਜਿਹੜਾ ਤੀਰਥ ਰਾਵਤ ਆ ਗਿਆ, ਇਹ ਪਾਰਟੀ ਦਾ ਪੱਕਾ ਭਗਤ ਹੈ ਜੀ। ਔਰ ਪਾਰਟੀ 'ਚ ਇੱਕ ਲੀਡਰ ਇਹਨਾਂ ਦੇ ਗਿਣਿਆ ਜਾਂਦਾ, ਭਵਨ ਚੰਦ ਖੰਡੂਰੀ, ਉਹਨੂੰ ਬੜਾ ਇਮਾਨਦਾਰ ਗਿਣਿਆ ਜਾਂਦਾ। ਕਿਸੇ ਵਕਤ ਉਹਨੂੰ ਮੁੱਖ ਮੰਤਰੀ ਬਣਾਇਆ ਸੀ, ਫਿਰ ਉਹਨੂੰ ਲਾ ਕੇ ਹੋਰ ਬੰਦਾ ਬਣਾਤਾ, ਉਹ ਬੰਦਾ ਚੱਲ ਨਾ ਸਕਿਆ। ਜਦੋਂ 6 ਮਹੀਨੇ ਰਹਿ ਗਏ ਤੇ ਭਾਜਪਾ 'ਚ ਰੌਲਾ ਪਿਆ ਕਿ ਅਸੀਂ ਉੱਤਰਾਖੰਡ 'ਚ ਡੁੱਬ ਗਾਂਗੇ, ਫਿਰ ਭਵਨ ਚੰਦ ਖੰਡੂਰੀ ਨੂੰ ਲਿਆਂਦਾ ਗਿਆ। ਉਹਨੇ ਆ ਕੇ ਰਾਤ ਦਿਨ ਇੰਨਾ ਕੰਮ ਕੀਤਾ, ਕਰਪਸ਼ਨ ਵੀ ਸੰਭਾਲੀ, ਸਭ ਕੁਝ ਕੀਤਾ, ਲੋਕਾਂ ਨੂੰ ਆਸਾਂ ਜਗਾਈਆਂ ਤੇ 17 ਚੋਂ 32 ਸੀਟਾਂ ਭਾਜਪਾ ਜਿੱਤ ਗਈ ਸੀ। ਪਰ ਉਹ ਭਾਜਪਾ ਨੂੰ ਜਿਤਾਉਣ ਲੱਗਾ ਰਿਹਾ ਤੇ ਸਾਰੀ ਭਾਜਪਾ ਉੱਤਰਾਖੰਡ ਦੀ ਉਹਨੂੰ ਹਰਾਉਣ ਵਾਸਤੇ ਲੱਗੀ ਰਹੀ ਸੀ। ਉਹਦੀ ਆਪਣੀ ਸੀਟ ਦੇ ਉੱਤੇ ਜਾਣ ਬੁੱਝ ਕੇ ਉਹਨੂੰ ਹਰਾਇਆ ਗਿਆ ਸੀ। ਹੁਣ ਇਹ ਜਿਹੜਾ ਤੀਰਥ ਸਿੰਘ ਰਾਵਤ ਹੈ, ਇਹ ਉਹਦਾ ਚੇਲਾ ਔਰ ਇਹ ਵੀ ਪਾਰਟੀ ਦੀ ਵਫਾਦਾਰੀ ਨਾਲ ਜੁੜਿਆ ਹੋਇਆ। ਵਾਦ-ਵਿਵਾਦ ਕਿਸੇ 'ਚ ਕਦੇ ਆਇਆ ਨਹੀਂ। ਇਹ ਪਹਿਲਾਂ ਸਿੱਖਿਆ ਮੰਤਰੀ ਵੀ ਰਹਿ ਚੁੱਕਾ। ਜਦੋਂ ਯੂਪੀ ਦੇ ਨਾਲ ਉੱਤਰਾਖੰਡ ਸਾਂਝਾ ਹੀ ਹੁੰਦਾ ਸੀ, ਅਜੇ ਉੱਤਰਾਖੰਡ ਨਹੀਂ ਸੀ ਬਣਿਆ, ਉਦੋਂ ਉੱਥੋਂ ਦੀ
ਜਿਹੜੀ ਵਿਧਾਨ ਪ੍ਰੀਸ਼ਦ ਆ, ਕੁਝ ਸੂਬਿਆਂ ਦੇ ਵਿੱਚ ਇਕੱਲੀ ਵਿਧਾਨ ਸਭਾ, ਜਿਵੇਂ ਸਾਡੇ ਪੰਜਾਬ 'ਚ ਆ, ਕੁਝ ਥਾਵਾਂ ਤੇ ਦੋ ਹਾਊਸ ਨੇ, ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ, ਲੈਜਿਸਲੇਟਿਵ ਅਸੈਂਬਲੀ ਤੇ ਲੈਜਿਸਲੇਟਿਵ ਕੌਂਸਲ। ਇਹ ਉੱਥੋਂ ਦੀ ਕੌਂਸਲ ਦਾ ਯੂਪੀ ਦਾ ਮੈਂਬਰ ਹੁੰਦਾ ਸੀ। ਪਿਛਲੀ ਵਾਰੀ 4 ਸਾਲ ਪਹਿਲਾਂ ਜਦੋਂ ਸਾਡੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਈਆਂ, ਯੂਪੀ 'ਚ ਹੋਈਆਂ, ਉਦੋਂ ਹੀ ਉੱਤਰਾਖੰਡ 'ਚ ਹੋਈਆਂ ਸੀ, ਤੇ ਜਿਹੜੀ ਇਹਦੀ ਸੀਟ ਸੀ ਉਹ ਇਹਦੇ ਕੋਲੋਂ ਖੋਹ ਕੇ ਕਾਂਗਰਸ ਦੇ ਵਿੱਚੋਂ ਤਾਜ਼ਾ ਆਇਆ ਸੀ, 3 ਪਾਰਟੀਆਂ ਬਦਲ ਕੇ ਆਇਆ ਸੀ, ਸਤਪਾਲ ਮਹਾਰਾਜ, ਉਹਨੂੰ ਸੀਟ ਦੇ ਦਿੱਤੀ ਗਈ ਸੀ। ਜੀ ਕਈ ਲੋਕ ਸਮਝਦੇ ਸੀ ਕਿ ਪਾਰਟੀ ਤੋਂ ਬਗਾਵਤ ਕਰ ਦੇਗਾ। ਇਹਨੇ ਆਖਿਆ ਜੀ ਬਿਲਕੁਲ ਬਗਾਵਤ ਨਹੀਂ ਕਰਨੀ। ਇਹਨੇ ਉਸ ਸੀਟ ਦੇ ਉੱਤੇ ਰਾਤ ਦਿਨ ਇੱਕ ਕਰਕੇ ਸਤਪਾਲ ਮਹਾਰਾਜ ਜੀ ਨੂੰ ਕਾਂਗਰਸ ਤੋਂ ਆਏ ਨੂੰ ਟਿਕਟ ਦਿੱਤੀ ਸੀ, ਉਹਦੇ ਨਾਲੋਂ ਵੱਧ ਕੰਮ ਕਰਕੇ ਤੇ ਸੀਟ ਪਾਰਟੀ ਦੀ ਕਢਾਤੀ ਸੀ। ਜੀ ਉਹਦਾ ਨਤੀਜਾ ਇਹ ਨਿਕਲਿਆ ਕਿ 2 ਸਾਲਾਂ ਬਾਅਦ ਪਾਰਲੀਮੈਂਟ ਇਲੈਕਸ਼ਨ ਆ ਗਈ, ਭਾਜਪਾ ਨੇ ਇਹਨੂੰ ਪਾਰਲੀਮੈਂਟ ਦੀ ਟਿਕਟ ਦੇ ਦਿੱਤੀ, ਇਹ ਮੈਂਬਰ ਚੁਣਿਆ ਗਿਆ। ਹੁਣ ਉਹਨੂੰ ਲਿਆ ਕੇ ਇੱਥੇ ਲਾਇਆ ਉਹਦੀ ਵਫਾਦਾਰੀ ਵੇਖ ਕੇ, ਪਰ ਉਹਦੇ ਵਿੱਚ ਸਭ ਤੋਂ ਵੱਡਾ ਨੁਕਸ ਇਹ ਆ ਕਿ ਉਹ ਭਾਜਪਾ ਦੀ ਜਿਹੜੀ ਲੋਕਲ ਲੀਡਰਸ਼ਿਪ ਆ, ਉਹਦੇ 'ਚੋਂ ਬਹੁਤਿਆਂ ਨੂੰ ਪ੍ਰਵਾਨ ਨਹੀਂ ਹੋਣਾ, ਕਿਉਂਕਿ ਉਹ ਜਿੱਦਾਂ ਜਿੱਦ ਕਰ ਜਾਣ ਵਾਲਾ ਜਿਹੜੀ ਗੱਲ ਉਹਦੇ ਮਨ 'ਚ ਆ ਜਾਵੇ, ਖਾਸ ਕਰਕੇ ਕਰਪਸ਼ਨ ਦੇ ਸਵਾਲ ਦੇ ਉੱਤੇ, ਉਹ ਕਹਿੰਦੇ ਦੂਸਰਿਆਂ ਨਾਲੋਂ ਥੋੜ੍ਹਾ ਸਖਤ ਗਿਣਿਆ ਜਾਂਦਾ। ਤੇ ਜੇ ਉਹਨੇ ਪਿਛਲਿਆਂ ਦਾ ਰਗੜਾ ਕੱਢਣਾ ਸ਼ੁਰੂ ਕਰ ਦਿੱਤਾ ਤੇ ਇਹ ਹੋ ਸਕਦਾ ਅਜੇ ਬਾਕੀ ਸਾਲ ਰਹਿੰਦਾ ਐਨ ਨੇੜੇ ਜਾ ਕੇ, ਕਿਉਂਕਿ ਚੇਲਾ ਭੁਵਨ ਚੰਦ ਖਡੂਰੀ ਦਾ ਗਿਣਿਆ ਜਾਂਦਾ। ਭੁਵਨ ਚੰਦ ਖਡੂਰੀ ਬਾਰੇ ਚੋਣਾਂ ਦੇ ਨੇੜੇ ਤੇ ਜਾ ਕੇ ਕਹਿੰਦੇ ਸੀ ਭੁਵਨ ਚੰਦ ਖਡੂਰੀ ਹੈ, ਭਾਜਪਾ ਕੇ ਲਈ ਜ਼ਰੂਰੀ ਹੈ, ਪਰ ਉਹਦੇ ਕੋਲੋਂ ਸਾਰੇ ਰਾਜ ਵਿੱਚ ਕੰਮ ਕਰਾ ਕੇ ਉਹਦੀ ਸੀਟ ਹਰਾਤੀ ਗਈ ਸੀ। ਇਹ ਹੁਣ ਅਸੈਂਬਲੀ ਦਾ ਮੈਂਬਰ ਨਹੀਂ ਗਾ, ਇਹਨੂੰ 6 ਮਹੀਨਿਆਂ ਦੇ ਅੰਦਰ ਚੋਣ ਲੜ ਕੇ ਅਸੈਂਬਲੀ ਮੈਂਬਰ ਬਣਨਾ ਪੈਣਾ, ਨਹੀਂ ਤੇ ਮੁੱਖ ਮੰਤਰੀ ਨਹੀਂ ਰਹਿ ਸਕਦਾ। 6 ਮਹੀਨੇ ਤੱਕ ਤਾਂ ਰਹਿ ਸਕਦਾ, ਬਾਅਦ 'ਚ ਕੀ ਕਰੇਗਾ। ਅੱਗੇ ਇੱਕ ਤਜਰਬਾ ਹੋ ਚੁੱਕਾ ਕਿ ਉੱਥੇ ਵਿਜੇ ਬਹੁਗੁਣਾ ਕਾਂਗਰਸ ਵਾਲਿਆਂ ਨੇ ਮੰਤਰੀ ਬਣਾਇਆ ਸੀ, ਤੇ ਉਹ ਉਦੋਂ MLA ਨਹੀਂ ਸੀ ਹੁੰਦਾ, ਉਹਨੇ ਚੋਣ ਲੜੀ ਤੇ ਕਾਂਗਰਸ ਵਾਲਿਆਂ ਨੇ ਉਹਨੂੰ ਹਰਾਤਾ, ਮੁੱਖ ਮੰਤਰੀ ਹੁੰਦਿਆਂ ਉਹ ਚੋਣ ਹਾਰ ਗਿਆ ਸੀ। ਹੁਣ ਇਹਦੇ ਵਾਸਤੇ ਵੀ ਇਹ ਸਮੱਸਿਆ ਆਉਣੀ ਆ ਕਿ ਭਾਜਪਾ ਦੇ ਅੰਦਰੋਂ ਜੇ ਉਹਨੂੰ ਢਾਲ ਲੱਗ ਗਈ ਫਿਰ ਕੀ ਬਣੇਗਾ। ਪਰ ਭਾਜਪਾ ਨੂੰ ਇਹ ਆਸ ਹੈ ਕਿ ਬੰਦਾ ਸੰਕਟ ਤੇ ਕਾਬੂ ਪਾ ਸਕਦਾ ਤੇ ਪਾ ਲਵੇਗਾ। ਜੀ ਤੁਹਾਨੂੰ ਸਾਨੂੰ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ ਹੈ ਹਰੀਸ਼ ਰਾਵਤ ਨਾਲ। ਹਾਈ ਕਮਾਂਡ ਵਿੱਚ ਵੀ ਪਹਿਲਾਂ 3-4 ਦਿਨ ਪਹਿਲਾਂ ਰੌਲਾ ਪਿਆ ਸੀ ਕਿ ਮੁਲਾਕਾਤ ਦਿੱਲੀ ਵਾਲੇ ਪਾਸੇ ਹੋਈ ਹੈ, ਪਤਾ ਨਹੀਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ। ਅੱਜ ਦੀ ਮੁਲਾਕਾਤ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਤਰੀਕ ਵਿੱਚ 100 ਖਬਰਾਂ ਦੀ ਖਬਰ ਵੱਡੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵਾਪਸ ਸਤਿਕਾਰਤ ਪੋਜੀਸ਼ਨ ਤੇ ਆ ਰਿਹਾ ਜੀ, ਪਰ ਉਹ ਪੋਜੀਸ਼ਨ ਕਿਹੜੀ ਹੋਵੇਗੀ ਅਜੇ ਤੱਕ ਕਿਆਫੇ ਆ। ਕੁਝ ਲੋਕ ਕਹਿੰਦੇ ਆ ਜੀ ਇਹਨੂੰ ਕਾਂਗਰਸ ਨੇ ਆਖਿਆ ਸੀ ਮੁੱਖ ਮੰਤਰੀ ਬਣਾਵਾਂਗੇ, ਬਣਾ ਦੇਣਗੇ ਜੀ। ਇਹ ਮੈਂ ਸਾਫ਼ ਹੀ ਰੱਦ ਕਰਦਾ ਕਿ ਇਹਨੂੰ ਮੁੱਖ ਮੰਤਰੀ ਉਹ ਨਹੀਂ ਬਣਾਉਣਗੇ। ਦੂਜੀ ਗੱਲ ਇਹ ਚੱਲਦੀ ਹੈ ਕਿ ਫਿਰ ਇਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ, ਉਹ ਸੁਨੀਲ ਜਾਖੜ ਨੂੰ ਪਾਸੇ ਕਰਕੇ ਬਣਾਇਆ ਜਾ ਸਕਦਾ, ਕਿਉਂਕਿ ਸੁਨੀਲ ਜਾਖੜ ਨੂੰ ਅੱਗੇ ਵੀ ਜਦੋਂ ਕਦੇ ਪਾਰਟੀ ਨੇ ਆਖਿਆ ਪਾਸੇ ਹੋ ਜਾ ਤੇ ਉਹ ਪਾਰਟੀ ਦੇ ਕਹਿਣ ਤੇ ਪਾਸੇ ਹੋ ਜਾਂਦਾ ਰਿਹਾ, ਔਰ ਉਹਨੂੰ ਇਸ ਗੱਲ ਲਈ ਮਨਾਇਆ ਜਾ ਸਕਦਾ ਕਿ ਇਹ ਬੰਦਾ ਵਾਪਸ ਆਉਂਦਾ ਤੇ ਇਹਨੂੰ ਆ ਲੈਣ ਦੇ, ਪਰ ਉਹਦੀ ਬਹੁਤੀ ਸੰਭਾਵਨਾ ਨਹੀਂ। ਇੱਕ ਤੀਸਰੀ ਗੱਲ ਹੈ ਕਿ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਹਾਲਾਤ ਇੱਦਾਂ ਦੇ ਬਣ ਗਏ ਸੀ ਕਿ ਇਹਨੂੰ ਲੋਕਲ ਬਾਡੀਜ਼ ਮਹਿਕਮੇ ਦਾ ਮੰਤਰਾਲਾ ਛੱਡਣਾ ਪਿਆ, ਮੰਤਰੀ ਹੁੰਦਾ ਸੀ। ਕੁਝ ਲੋਕ ਕਹਿੰਦੇ ਆ ਜੀ ਉਸੇ ਥਾਂ ਦੇ ਉੱਤੇ ਆ ਜਾਵੇ, ਉਹ ਲੋਕਲ ਬਾਡੀਜ਼ ਦਾ ਮੰਤਰਾਲਾ ਨੂੰ ਦੇ ਦਿੱਤਾ ਜਾਵੇ। ਇਹਦਾ ਮੰਤਰਾਲਾ ਬਦਲਿਆ ਸੀ, ਇਹਨੂੰ ਬਿਜਲੀ ਮੰਤਰੀ ਬਣਾਇਆ ਸੀ, ਨਹੀਂ ਬਣਿਆ। ਹੁਣ ਜੇ ਲੋਕਲ ਬਾਡੀ 'ਚ ਦੁਬਾਰਾ ਲਿਆਂਦਾ ਜਾਂਦਾ ਤੇ ਉਹ ਕਿੱਦਾਂ ਲੱਗੂਗਾ, ਨਵਜੋਤ ਸਿੱਧੂ ਮੰਨੂ ਕਿ ਨਾ ਮੰਨੂ, ਅਜੇ ਤੱਕ ਇਸ ਗੱਲ ਦਾ ਪੱਕਾ ਪਤਾ ਕੋਈ ਨਹੀਂ। ਪਰ ਵਿੱਚੇ ਵਿੱਚ ਇੱਕ ਗੱਲ ਹੋਰ ਚੱਲਦੀ ਪਈ ਹੈ, ਇਹ ਸਾਰੇ ਕਿਆਫੇ ਆ। ਨਵਜੋਤ ਸਿੰਘ ਸਿੱਧੂ ਨਾਲ ਸਾਲ ਤੋਂ ਵੱਧ ਹੋ ਗਿਆ ਮੇਰੀ ਕੋਈ ਗੱਲ ਨਹੀਂ ਹੋਈ, ਮੈਂ ਕਹਿ ਨਹੀਂ ਸਕਦਾ। ਕਾਂਗਰਸ ਦੇ ਜਿਹੜਾ ਕੇਂਦਰੀ ਅਬਜ਼ਰਵਰ ਆ ਹਰੀਸ਼ ਰਾਵਤ, ਉਹਦੇ ਨਾਲ ਮੇਰੀ ਕਦੇ ਗੱਲ ਨਹੀਂ ਹੋਈ, ਅਸੀਂ ਕਦੇ ਆਮੋ ਸਾਹਮਣੇ ਨਹੀਂ ਹੋਏ, ਨਾ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਆ। ਪਰ ਜਿਹੜੇ ਕਿਆਫੇ ਲੱਗ ਰਹੇ ਉਹਨਾਂ 'ਚੋਂ ਇੱਕ ਇਹ ਆ ਕਿ ਉੱਪਰੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ, ਉਹਨਾਂ ਨੇ ਭੈਣ ਭਰਾ ਨੇ ਇਹ ਸਲਾਹ ਕੀਤੀ ਹੈ ਕਿ ਇਹਨੂੰ ਮੁੱਖ ਮੰਤਰੀ ਬਣਾਇਆ ਨਹੀਂ ਜਾ ਸਕਦਾ, ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਨਹੀਂ ਜਾ ਸਕਦਾ, ਇਹਨੂੰ ਕਾਂਗਰਸ ਪ੍ਰਧਾਨ ਬਣਾਇਆ ਤੇ ਸੁਨੀਲ ਜਾਖੜ ਨੂੰ ਪਾਸੇ ਕਰਨਾ ਉਹਨੂੰ ਨਾਰਾਜ਼ ਕਰਨ ਵਾਲੀ ਗੱਲ ਹੋ। ਲੋਕਲ ਬਾਡੀਜ਼ ਮੰਤਰੀ ਬਣਾਇਆ ਤੇ ਫਿਰ ਕਹਿਣਗੇ ਉਸੇ ਥਾਂ ਤੇ ਆ ਗਿਆ, ਖੱਟਿਆ ਕੀ ਗਵਾਇਆ ਕੀ, ਇਹ ਗਿਣਤੀਆਂ ਹੋਣਗੀਆਂ। ਇੱਕ ਨਵੀਂ ਪੋਸਟ ਨਿਕਲਦੀ ਪਈ ਆ, ਜਿਹੜੀ ਪੋਸਟ ਉੱਤੇ ਇਹਨੂੰ ਲਿਆਂਦਾ ਜਾ ਸਕਦਾ ਉਹ ਇਹ ਆ ਕਿ ਹੁਣ ਸਾਲ 1 ਰਹਿ ਗਿਆ ਚੋਣਾਂ 'ਚ, ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਾਸਤੇ ਕੋਈ ਮੁਹਿੰਮ ਵੀ ਚਲਾਉਣੀ ਆ ਕਿ ਨਹੀਂ? ਬਿਲਕੁਲ। ਉਹਦੇ ਵਾਸਤੇ ਕੰਪੇਨ ਕਮੇਟੀ ਬਣਾਉਣੀ ਆ, ਇਹਨੂੰ ਉਸ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ, ਮੁਖੀ ਬਣਾਇਆ ਜਾ ਸਕਦਾ, ਔਰ ਉਹ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ ਬਰਾਬਰ ਦੀ ਪੋਜੀਸ਼ਨ ਬਣ ਜਾਣੀ ਆ ਪਾਰਟੀ 'ਚ।
ਇਹ ਉਸ ਗੱਲ ਵਾਸਤੇ ਮੰਨ ਵੀ ਸਕਦਾ, ਪਰ ਜੇ ਬਣਾਤਾ ਤੇ ਇੱਕ ਰਫੜ ਹੋਰ ਪੈਣਾ। ਕਈ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਪਹਿਲਾਂ ਨਹੀਂ ਸੋਚੇ ਜਾਂਦੇ। ਜੀ ਉਹ ਇਹ ਆ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਕੈਪਟਨ ਅਮਰਿੰਦਰ ਸਿੰਘ ਨੇ। ਬਿਲਕੁਲ ਇਹ ਪ੍ਰਸ਼ਾਂਤ ਕਿਸ਼ੋਰ ਤੇ ਪਹਿਲਾਂ ਟਿੱਪਣੀਆਂ ਵੀ ਕੁਝ ਵਾਰ ਕਰ ਚੁੱਕਾ। ਜੀ ਹੁਣ ਜਦੋਂ ਇੱਥੇ ਚੋਣ ਲੜਨੀ ਹੋਈ, ਪ੍ਰਸ਼ਾਂਤ ਕਿਸ਼ੋਰ ਦੀ ਆਦਤ ਹੈ ਕਿ ਜਿਹੜੇ ਵੀ ਸੂਬੇ 'ਚ ਜਾ ਕੇ ਚੋਣ ਲੜੇ, ਉੱਥੇ ਜਿਹੜਾ ਮੁੱਖ ਲੀਡਰ ਆ ਉਹਦਾ ਇਮੇਜ ਬਿਲਡ ਕਰਦਾ ਹੁੰਦਾ, ਉਹਨੂੰ ਬ੍ਰਾਂਡ ਬਣਾਉਂਦਾ ਹੁੰਦਾ। ਜੀ ਜੇ ਉਹਦੀ ਬ੍ਰਾਂਡਿੰਗ ਤੇ ਲੱਗਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਨਾਲ ਪੈਰ ਪੈਰ ਤੇ ਉਹਦਾ ਟਕਰਾਅ ਵੀ ਸ਼ੁਰੂ ਹੋ ਸਕਦਾ। ਉਹ ਟਕਰਾਅ ਕੁਝ ਗਲਤ ਸਿੱਟੇ ਵੀ ਕੱਢ ਸਕਦਾ। ਪੀਕੇ ਯਾਨੀ ਪ੍ਰਸ਼ਾਂਤ ਕਿਸ਼ੋਰ ਵੀ ਲੋ ਪ੍ਰੋਫਾਈਲ ਰਹਿਣ ਵਾਲਾ ਬੰਦਾ ਨਹੀਂ। ਜੀ ਉਹਦੀ ਆਦਤ ਹੈ ਕਿ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਦੂਸਰੇ 2-4 ਬੰਦਿਆਂ ਦੇ ਅਧਿਕਾਰ ਖੇਤਰ ਵਿੱਚ ਵੀ ਵੇਲੇ ਕੁੜੇ ਲੱਤ ਅਡਾਉਂਦਾ ਹੁੰਦਾ। ਪਿਛਲੀ ਵਾਰੀ ਉਹਨੇ ਟਿਕਟਾਂ ਦੇਣ ਦਿਵਾਉਣ ਵਿੱਚ ਵੀ ਲੱਤ ਅਡਾਉਣ ਦਾ ਯਤਨ ਕੀਤਾ ਸੀ ਤੇ ਉਦੋਂ ਸਭ ਤੋਂ ਵੱਧ ਵਿਰੋਧ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਜੀ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਆ ਤੇ ਜੇ ਕੰਪੇਨ ਕਮੇਟੀ ਦਾ ਚੇਅਰਮੈਨ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਤੇ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦਾ ਨਹੀਂਗਾ ਕਿ ਉਹਨੂੰ ਪ੍ਰਸ਼ਾਂਤ ਕਿਸ਼ੋਰ ਕੋਈ ਪੇਪਰ ਵੇਟ ਸਮਝ ਲੇ। ਸਿੱਧੂ ਤਾਂ ਫਿਰ ਸਿੱਧੂ ਆ, ਮਿਲ ਕੇ ਚੱਲਣਾ ਪਵੇਗਾ। ਜੇ ਮਿਲ ਕੇ ਨਾ ਚੱਲੇ ਤੇ ਸਿੱਧੂ ਕੋਈ ਉਹਨੇ ਬਾਂਡ ਭਰ ਕੇ ਨਹੀਂ ਦਿੱਤਾ ਕਿ ਮੈਂ ਤੁਹਾਡੇ ਕਹੇ 'ਚ ਹੀ ਚੱਲਣਾ। ਜੋ ਹੁਣ ਤੱਕ 2 ਸਾਲ ਹੋ ਗਏ ਚੁੱਪ ਕਰਕੇ ਘਰ ਬੈਠਾ ਸੀ ਔਰ ਉਹਦਾ ਘਰ ਬੈਠੇ ਦਾ ਵੀ ਨਾ ਬਣਿਆ ਰਿਹਾ ਤੇ ਦੁਬਾਰਾ ਆਇਆ ਤੇ ਉਹ ਕੁਝ ਇਸ ਕਿਸਮ ਦੀ ਫਿਰ ਸਖਤੀ ਵੀ ਵਿਖਾ ਸਕਦਾ ਕਿ ਬਾਕੀਆਂ ਨੂੰ ਉਹਦੀ ਕਿਤੇ ਨਾ ਕਿਤੇ ਗੱਲ ਮੰਨਣੀ ਪੈ ਸਕਦੀ ਹੈ। ਪਰ ਇਹ ਸਭ ਜੇ ਕਿਆਫੇ ਆ। ਮੈਂ ਜਿਹੜੀ ਗੱਲ ਕਹਿੰਦਾ ਪਿਆ, ਜ਼ਰੂਰੀ ਨਹੀਂ ਕਿ ਕੰਪੇਨ ਕਮੇਟੀ ਦਾ ਚੇਅਰਮੈਨ ਉਹਨੂੰ ਬਣਾਇਆ ਜਾਵੇ। ਕਿਤੇ ਨਾ ਕਿਤੇ ਉਹਨੂੰ ਐਡਜਸਟ ਕਰਨ ਵਾਸਤੇ 3 ਮੀਟਿੰਗਾਂ ਹੋ ਗਈਆਂ, ਇੱਕ ਹਰੀਸ਼ ਰਾਵਤ ਦੀ ਤੇ ਨਵਜੋਤ ਸਿੱਧੂ ਦੀ, ਜੀ ਇੱਕ ਹਰੀਸ਼ ਰਾਵਤ ਦੀ ਤੇ ਮੁੱਖ ਮੰਤਰੀ ਦੀ, ਜੀ ਇੱਕ ਇਹਨਾਂ ਤਿੰਨਾਂ ਦੀ। ਅੱਜ ਹੁਣ ਚੌਥੀ ਮੀਟਿੰਗ ਵੀ ਕਹਿੰਦੇ ਹੁੰਦੀ ਪਈ ਐ। ਇਸ ਵੇਲੇ ਪਤਾ ਨਹੀਂ ਹੋ ਗਈ ਆ ਕਿ ਜੇ ਚੱਲਦੀ ਪਈ ਆ। ਉਹਦੇ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਕੋਈ ਨਵਾਂ ਰਾਹ ਵੀ ਕੱਢਿਆ ਜਾ ਸਕਦਾ। ਉਡੀਕ ਸਾਰਿਆਂ ਨੂੰ ਆ ਵੀ ਕੀ ਹੋਵੇਗਾ। ਵੇਖੋ ਕੱਲ ਦਾ ਦਿਨ ਕਿਹੋ ਜਿਹੀ ਖਬਰ ਲੈ ਕੇ ਆਉਂਦਾ। ਪਰ ਸਰ ਇੱਕ ਸਵਾਲ ਆ ਹੋਰ ਦਿਮਾਗ ਦੇ ਵਿੱਚ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦੇ ਕੁਝ ਦੋਸਤ ਸੀਗੇ, ਚਿੱਠੀ ਵਾਲੀ ਗੱਲ ਤੋਂ ਬੜਾ ਵਾਇਰਲ ਹੋਇਆ ਕੰਮ ਕਿ ਚਿੱਠੀਆਂ ਦੱਬੀਆਂ ਪਈਆਂ। ਫਿਰ ਰਾਜਨੀਤਿਕ ਵਿੱਚ ਜੋ ਦੂਰੀਆਂ ਪਈਆਂ ਉਹ ਦੂਰ ਹੋ ਜਾਊਗੀਆਂ, ਦੋਸਤ ਨਾਲ ਆ ਜਾਊਗੇ ਫਿਰ? ਦੇਖੋ ਜਦੋਂ ਵਾਪਸ ਆਉਣਾ ਹੋਵੇ, ਜੀ ਆਖਿਰਕਾਰ ਕੋਈ ਰਾਹ ਵੀ ਤਾਂ ਹੈ ਨਹੀਂਗਾ ਜੀ ਕਿ ਨਵਜੋਤ ਸਿੱਧੂ ਅਕਾਲੀ ਦਲ 'ਚ ਜਾ ਸਕਦਾ। ਉਹਨੇ ਜੇ ਹਿੰਦੁਸਤਾਨ ਦੇ ਵਿੱਚ ਕਿਸੇ ਪਾਰਟੀ ਨੂੰ ਸਭ ਤੋਂ ਵੱਧ ਨਾਪਸੰਦ ਕਰਨਾ ਹੋਵੇ ਤਾਂ ਅਕਾਲੀ ਦਲ। ਜੀ ਆਮ ਆਦਮੀ ਪਾਰਟੀ ਵਿੱਚ ਜਾਣ ਵਾਲਾ ਕੋਈ ਮਾਹੌਲ ਨਹੀਂ ਉਹਦੇ ਵਾਸਤੇ। ਭਾਜਪਾ 'ਚੋਂ ਜਾਣ ਨਹੀਂ ਲੱਗਾ। ਜੇ ਕਾਂਗਰਸ 'ਚ ਰਹਿਣਾ ਫਿਰ ਆਪਣੀ ਗੱਲ ਕਹਿਣੀ ਪਊ, ਦੂਜੇ ਦੀ ਸਹਿਣੀ ਪਊ। ਕਿਤੇ ਨਾ ਕਿਤੇ ਕੁਝ ਗੱਲਾਂ ਤੇ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ ਹੁੰਦੀਆਂ। ਜੀ ਮਾਝੇ ਵਿੱਚ ਵੀ ਕੈਰੋਂ ਪਰਿਵਾਰ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਪਤਾ ਲੱਗਾ ਬੰਦੇ ਕਹਿੰਦੇ ਆਪਾਂ ਚੋਣ ਐਤਕੀ ਲੱਗ ਹੀ ਲੜਨੀ ਹੈ। ਕਿਵੇਂ ਦੇਖਦੇ ਹੋ? ਦੇਖੋ ਬਾਹਰ ਦੱਸਣ ਜਾਂ ਨਾ ਦੱਸਣ, ਜੀ ਅਕਾਲੀ ਦਲ ਦੇ ਵਿੱਚ ਉੱਪਰੋਂ ਲੈ ਕੇ ਥੱਲੇ ਤੱਕ ਇੱਕ ਲਕੀਰ ਖਿੱਚੀ ਪਈ ਹੈ। ਜੀ ਮਨਜਿੰਦਰ ਸਿੰਘ ਸਿਰਸੇ ਨੇ ਦਿੱਲੀ ਦੇ ਵਿੱਚ ਏਡੇ ਵੱਡੇ ਡਾਇਲਸਿਸ ਸੈਂਟਰ ਦਾ ਜਿਹੜਾ ਹਸਪਤਾਲ ਦਾ ਉਦਘਾਟਨ ਕਰਾਇਆ। ਉਹਦੇ 'ਚ ਪਟਨਾ ਸਾਹਿਬ ਦਾ ਜਥੇਦਾਰ ਸੱਦ ਲਿਆ ਤੇ ਅਕਾਲ ਤਖਤ ਸਾਹਿਬ ਦਾ ਨਹੀਂ ਸੱਦਿਆ। ਬਿਲਕੁਲ ਪਟਨਾ ਸਾਹਿਬ ਦੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੱਦ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਨਹੀਂ ਸੱਦੀ। ਉੱਥੋਂ ਦਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਉਹਨੂੰ ਸੱਦ ਲਿਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਸਾਰਿਆਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਹੋਰ ਇਹਨਾਂ 'ਚੋਂ ਕਿਸੇ ਨੇ ਨਹੀਂ ਸੱਦਿਆ। ਜੀ ਉਹਦੇ ਪਿੱਛੇ ਵੀ ਕੁਝ ਖੇਡਾਂ ਜਾਪਦੀਆਂ ਨੇ। ਇੱਥੇ ਜਿਸ ਦਿਨ ਵਿਧਾਨ ਸਭਾ ਦਾ ਸਮਾਗਮ ਸ਼ੁਰੂ ਹੋਣਾ ਸੀ, ਸੁਖਬੀਰ ਸਿੰਘ ਬਾਦਲ ਨੂੰ ਬੜੇ ਸਤਿਕਾਰ ਸਹਿਤ ਉਸ ਦਿਨ ਹੋਈ ਰੈਲੀ ਦੀ ਸਟੇਜ ਤੇ ਲਿਆਂਦਾ ਗਿਆ, ਪਰ ਜਿਹੜੇ ਸੁਖਬੀਰ ਸਿੰਘ ਦੇ ਬਹੁਤ ਨੇੜਲੇ ਬੰਦੇ ਗਿਣੇ ਜਾਂਦੇ ਆ ਜੀ ਉਹ ਸਟੇਜ ਤੋਂ ਬਾਹਰ ਰੱਖ ਲਏ ਗਏ। ਇਹ ਵੀ ਕਿਤੇ ਖੇਡ ਚੱਲਦੀ ਪਈ ਆ। ਇਸ ਵੇਲੇ ਮਾਝੇ ਤੇ ਅਕਾਲੀ ਦਲ ਦੇ ਵਿੱਚ ਇੱਕ ਸੀਟ ਦੇ ਉੱਤੇ 2-2, 3-3 ਦਾਅਵੇਦਾਰ ਨੇ ਅਕਾਲੀ ਦਲ ਦੇ। ਜੀ ਉਹ ਦੋਵੇਂ ਤਿੰਨੇ ਉਹਨਾਂ 'ਚੋਂ ਕੋਈ ਜਣਾ ਕਿਸੇ ਵੱਡੇ ਲੀਡਰ ਨਾਲ ਹੈ, ਕੋਈ ਕਿਸੇ ਵੱਡੇ ਲੀਡਰ ਨਾਲ ਆ। ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਕਿ ਵੱਡੇ ਬਾਦਲ ਸਾਹਿਬ ਕੋਲ ਜਾ ਕੇ ਸਾਰੇ ਚੁੱਪ ਕਰ ਜਾਂਦੇ ਸੀ, ਉਹ ਇਸ ਵੇਲੇ ਹੈ ਨਹੀਂ। ਅੰਦਰੋਂ ਬਹੁਤ ਸਾਰੀਆਂ ਗੱਲਾਂ ਬਾਹਰ ਨਿਕਲਦੀਆਂ ਪਈਆਂ ਤੇ ਆਦੇਸ਼ ਪ੍ਰਤਾਪ ਆਪਣੇ ਤੌਰ ਤੇ ਬੋਲਣ ਵਾਲਾ ਨਹੀਂਗਾ। ਜਦੋਂ ਉਹਨੇ ਖੇਮਕਰਨ ਹਲਕੇ ਦੇ ਪਿੰਡਾਂ 'ਚ ਜਾ ਕੇ ਪੂਨੀਆਂ 'ਚ ਤੇ ਹੋਰ ਪਿੰਡਾਂ 'ਚ ਮੀਟਿੰਗਾਂ ਕਰਕੇ ਕਹਿ ਦਿੱਤਾ ਕਿ ਸਾਡੇ ਕੈਰੋਂ ਪਰਿਵਾਰ ਦਾ ਇੱਕ ਜੀ ਅਗਲੀ ਚੋਣ ਇੱਥੋਂ ਲੜੇਗਾ। ਇੱਕ ਜੀ ਕੌਣ ਹੋ ਸਕਦਾ? ਕੈਰੋਂ ਪਰਿਵਾਰ ਦੇ ਵਿੱਚੋਂ ਆਦੇਸ਼ ਪ੍ਰਤਾਪ ਦੀ ਵਾਈਫ ਹੋ ਸਕਦੀ, ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧੀ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਭੈਣ। ਉਹ ਚੋਣ ਲੜ ਸਕਦੀ ਹੈ। ਉਹ ਤਾਂ 15 ਸਾਲ ਪਹਿਲਾਂ ਵੀ ਪਾਰਲੀਮੈਂਟ ਦੀ ਚੋਣ ਵਾਸਤੇ ਤਿਆਰ ਸੀ। ਜਦੋਂ ਪ੍ਰੇਮ ਸਿੰਘ ਲਾਲਪੁਰੇ ਨੂੰ ਟਿਕਟ ਮਿਲ ਗਈ ਤੇ ਫਿਰ ਤਰਲੋਚਨ ਸਿੰਘ ਤੁੜ ਨੂੰ ਮਿਲ ਗਈ ਸੀ। ਉਹ ਹੋ ਸਕਦੀ ਹੈ, ਪਰ ਉਹ ਇਹੋ ਜਿਹੀ ਗੱਲ ਆਦੇਸ਼ ਪ੍ਰਤਾਪ ਸਿੰਘ ਆਪਣੇ ਤੌਰ ਤੇ ਨਹੀਂ ਕਹਿ ਸਕਦਾ। ਔਰ ਉਹਦੇ ਗੱਲ ਕਹਿਣ ਦੇ ਉੱਤੇ ਵਿਰਸਾ ਸਿੰਘ ਵਲਟੋਆ ਇਹ ਵੀ ਕਹਿ ਸਕਦਾ ਸੀ ਇੱਦਾਂ ਸੀਟਾਂ ਨਹੀਂ ਮਿਲਦੀਆਂ ਹੁੰਦੀਆਂ,
ਮੈਂ ਇੱਥੇ ਬੈਠਾ, ਪਰ ਉਹਨੇ ਜਿਹੜੇ ਲਫ਼ਜ਼ ਵਰਤੇ ਕਿ ਆਦੇਸ਼ ਪ੍ਰਤਾਪ ਇਹ ਨਾ ਸਮਝੇ ਕਿ ਸੀਟ ਮੈਨੂੰ ਦਾਜ 'ਚ ਮਿਲੀ ਹੈ। ਇਹ ਦਾਜ ਲਫ਼ਜ਼ ਵਰਤ ਕੇ ਤੇ ਉਹਨੇ ਬਾਦਲ ਪਰਿਵਾਰ ਨਾਲ ਗੱਲ ਜੋੜਤੀ ਕਿ ਬਾਦਲ ਪਰਿਵਾਰ ਦੇ ਵਿੱਚੋਂ ਕੋਈ ਇਸ਼ਾਰਾ ਕਰਦਾ ਵੀ ਤੈਨੂੰ ਟਿਕਟ ਦਵਾ ਦਿਆਂਗੇ ਜੀ, ਦੋਵਾਂ ਪੱਟੀ ਤੇ ਖੇਮ ਕਰਨ ਦੀ ਇਕੱਠੀਆਂ ਟਿਕਟਾਂ ਮਿਲ ਜਾਣਗੀਆਂ। ਉਹਨੇ ਜਿਹੜਾ ਦਾਜ ਲਫ਼ਜ਼ ਵਰਤਿਆ, ਇਸ ਲਫ਼ਜ਼ ਦਾ ਕਰਕੇ ਅਕਾਲੀ ਦਲ ਦੀਆਂ ਸਫਾਂ 'ਚ ਇਹ ਗੱਲ ਚੱਲਦੀ ਪਈ ਹੈ ਕਿ ਵਿਰਸਾ ਸਿੰਘ ਇਸ ਗੱਲ ਤੋਂ ਨਾਰਾਜ਼ ਹੈ ਕਿ ਜਿਨ੍ਹਾਂ ਨੇ ਦਾਜ ਦੇਣਾ ਸੀ ਉਹਨਾਂ ਨੇ ਦਾਜ ਦੀ ਰਹਿੰਦੀ ਕਿਸ਼ਤ ਦੇ ਤੌਰ ਤੇ ਕਿਤੇ ਟਿਕਟ ਦੇਣ ਦਾ ਐਲਾਨ ਤਾਂ ਨਹੀਂ ਕਰਤਾ। ਉੱਦਾਂ ਵਿਰਸਾ ਸਿੰਘ ਦਾ ਅੱਜ ਬਿਆਨ ਆਇਆ, ਕਹਿੰਦਾ ਜੀ 15 ਮਾਰਚ ਨੂੰ ਅਸੀਂ ਭਿੱਖੀਵਿੰਡ ਦੇ ਵਿੱਚ ਇੱਕ ਰੈਲੀ ਕਰਨੀ ਹੈ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਉਣਾ ਜੀ। ਜੇ 15 ਨੂੰ, ਨਾਲ ਹੀ ਉਹਨੇ ਇਹ ਵੀ ਕਿਹਾ, ਕਹਿੰਦਾ 15 ਤਰੀਕ ਨੂੰ ਉਹਨਾਂ ਨੇ ਆ ਕੇ ਤੇ ਅਗਲੀ ਚੋਣ ਲਈ ਮੇਰੇ ਉਮੀਦਵਾਰ ਹੋਣ ਦਾ ਐਲਾਨ ਕਰਨਾ। ਜੇ ਐਲਾਨ ਕਰਨਾ ਅਜੇ ਕੀਤਾ ਨਹੀਂ ਤੇ ਤੈਨੂੰ ਕਿੱਦਾਂ ਪਤਾ ਕਿ ਉਹਨਾਂ ਨੇ ਐਲਾਨ ਕਰਨਾ ਕਿ ਨਹੀਂ ਕਰਨਾ? ਤੇ ਜੇ ਪਤਾ ਵੀ ਹੋਵੇ ਤੇ ਸੁਖਬੀਰ ਸਿੰਘ ਦੇ ਐਲਾਨ ਕਰਨ ਤੋਂ ਪਹਿਲਾਂ ਜਦੋਂ ਤੂੰ ਇਹ ਗੱਲ ਕਹਿ ਦਿੱਤੀ ਜੀ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਦਾ ਮਜਬੂਰ ਕੀਤਾ ਕਿ ਤੁਸੀਂ ਉਦੋਂ ਇੱਥੇ ਆ ਕੇ ਐਲਾਨ ਕਰਕੇ ਜਾਓ। ਇਹ ਅੰਦਰ ਦੀ ਜਿਹੜੀ ਖਿੱਚੋਤਾਣ ਬਾਹਰ ਆਉਂਦੀ ਪਈ ਆ, ਇਹ ਕੱਲ ਨੂੰ ਮਾਝੇ ਦੇ ਵਿੱਚ ਅਕਾਲੀ ਦਲ ਵਾਸਤੇ ਮੁਸ਼ਕਲਾਂ ਵੀ ਖੜੀਆਂ ਕਰ ਸਕਦੀ ਆ। ਲੋਕਾਂ ਦਾ ਧਿਆਨ ਇੱਥੇ ਹੈਗਾ। ਇਹ ਮਾਝੇ ਤੇ ਮਾਲਵੇ ਦੀ ਸਰਦਾਰੀ ਕਿਹਦੀ ਹੋਵੇ ਅਕਾਲੀ ਦਲ ਦੇ ਵਿੱਚ, ਇਸ ਗੱਲ ਦੇ ਉੱਤੇ ਅਕਾਲੀ ਦਲ 'ਚ ਉੱਪਰੋਂ ਲੈ ਕੇ ਥੱਲੇ ਤੱਕ ਖਿੱਚੋਤਾਣ ਚੱਲਦੀ ਪਈ ਆ। ਉਸ ਖਿੱਚੋਤਾਣ ਦਾ ਅਸਰ ਦਿੱਲੀ ਦੀ ਅਕਾਲੀ ਰਾਜਨੀਤੀ ਤੇ ਵੀ ਪੈ ਰਿਹਾ, ਪਟਨਾ ਸਾਹਿਬ ਤੱਕ ਪੈ ਰਿਹਾ। ਇਹ ਖੇਮਕਰਨ ਦਾ ਹਲਕਾ ਤੇ ਇੱਕ ਛੋਟਾ ਜਿਹਾ ਹਲਕਾ, ਕਈਆਂ ਥਾਵਾਂ ਤੇ ਦਾ ਅਸਰ ਪੈਂਦਾ ਪਿਆ। ਚੋਣਾਂ ਨੇ ਉਧਰ ਵੀ ਤੇ ਫਿਰ ਅਸਰ ਪੈ ਹੀ ਜਾਣਾ ਉੱਥੇ ਵੀ। ਪੰਨੂ ਸਾਹਿਬ, ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਮੁੱਦਾ ਗਰਮਾ ਗਿਆ। ਕੁਝ ਕੁ ਪ੍ਰਵਾਸੀ ਭਾਰਤੀ ਆ, ਹੁਣ ਉਹਨਾਂ ਨੂੰ ਵੀ ਚਿੰਤਾ ਹੈ ਇਸ ਮਾਮਲੇ ਨੂੰ ਲੈ ਕੇ, ਇਹਦਾ ਕੀ ਕਾਰਨ ਹੈ? ਦੇਖੋ, ਇਸ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਵੀ ਇਤਰਾਜ਼ ਕਰਦੀ ਹੈ, ਅਕਾਲੀ ਦਲ ਵੀ। ਕੱਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨਾਲ ਕਾਫੀ ਆਡਾ ਲਿਆ ਜੀ ਕਿ ਤੁਸੀਂ ਇੱਥੇ ਇਸ ਤਰ੍ਹਾਂ ਕਰਦੇ ਪਏ ਹੋ ਕਿ ਕਿਸਾਨ ਆਪਣੀਆਂ ਜਮ੍ਹਾਂਬੰਦੀ ਦੀਆਂ ਨਕਲਾਂ ਦੇਣ ਤੇ ਫਿਰ ਉਹਨਾਂ ਦੀ ਜਿਹੜੀ ਫਸਲ ਖਰੀਦੀ ਆ ਉਹਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਜਾਣੇ ਆ, ਤੇ ਜਿਨ੍ਹਾਂ ਦੀਆਂ ਜ਼ਮੀਨਾਂ ਅਜੇ ਉਹਨਾਂ ਦੇ ਨਾਂ ਨਹੀਂ ਚੜੀਆਂ ਉਹ ਕੀ ਕਰਨਗੇ ਜੀ, ਜਾਂ ਜਿਹੜੇ ਠੇਕੇ ਦੇ ਹਿੱਸੇ ਤੇ ਲੈ ਕੇ ਜ਼ਮੀਨ ਤੇ ਖੇਤੀ ਕਰਦੇ ਉਹ ਕੀ ਕਰਨਗੇ? ਇਹੀ ਸਮੱਸਿਆ ਉਹਨਾਂ ਦੀ NRIs ਦੀ ਹੈ। ਖੁਦ ਮੇਰੇ ਨਾਲ ਬਹੁਤ ਸਾਰੇ NRIs ਨੇ ਗੱਲ ਕੀਤੀ ਹੈ ਜੀ। ਉਹ ਕਹਿੰਦੇ ਜੀ ਅਸੀਂ ਵਿਦੇਸ਼ ਵਿੱਚ ਬੈਠੇ ਹਾਂ, ਇਹੋ ਜਿਹੇ ਹਾਲਾਤ 'ਚ ਅਸੀਂ ਉੱਥੇ ਜਾ ਨਹੀਂ ਸਕਦੇ, ਸਾਡੀ ਜ਼ਮੀਨ ਫਲਾਨਾ ਬੰਦਾ ਵਾਹੁੰਦਾ, ਅਸੀਂ ਉੱਥੇ ਜਾ ਕੇ ਜੇ ਇਹ ਜਮ੍ਹਾਂਬੰਦੀ ਦੀਆਂ ਨਕਲਾਂ ਲੈ ਕੇ ਦੇਣੀਆਂ ਹੋਣ ਤੇ ਇਸ ਵੇਲੇ ਅਸੀਂ ਸਿਰਫ ਇੰਨੇ ਕੰਮ ਵਾਸਤੇ ਟਿਕਟ ਲੈ ਕੇ ਮਹਿੰਗੇ ਭਾਅ ਦੀ ਤੇ ਕਰੋਨਾ ਵਾਇਰਸ ਦਾ ਰਿਸਕ ਲੈ ਕੇ ਉੱਥੇ ਇੰਡੀਆ ਜਾਵਾਂਗੇ। ਜੇ ਇਹ ਕੰਮ ਕਰਨਾ ਸੀ ਭਾਰਤ ਸਰਕਾਰ ਨੇ ਪਿਛਲੇ 1 ਸਾਲ ਤੋਂ ਕਿਉਂ ਨਾ ਕਿਹਾ? ਹੁਣ ਖੜੇ ਪੈਰ ਸਾਡੀ ਵੇਲਣੇ 'ਚ ਬਾਂਹ ਕਿਉਂ ਦਿੰਦੇ ਪਏ ਆ? ਸਾਨੂੰ ਮਾਰਨਾ, ਅਸੀਂ ਕੀ ਕਰਾਂਗੇ? ਅੱਛਾ, ਉਹ ਕਹਿੰਦੇ ਜੇ ਅਸੀਂ ਜਿਹੜੇ ਕਿਸਾਨ ਦੀ ਫਸਲ ਆ ਉੱਥੇ ਜਿਹਨੇ ਬੀਜੀ ਆ, ਅਸੀਂ ਤੇ ਵਿਦੇਸ਼ ਬੈਠੇ ਆ, ਸਾਡੀ ਭਾਈਬੰਦੀ ਆ, ਉਸ ਭਾਈਬੰਦੀ 'ਚੋਂ ਸਾਨੂੰ ਫਸਲ ਦਾ ਹਿੱਸਾ ਠੇਕਾ ਜੋ ਵੀ ਬਣਦਾ ਦੇ ਰਿਹਾ ਤੇ ਜ਼ਮੀਨ ਬਾਹਰ ਆ, ਜਮ੍ਹਾਂਬੰਦੀਆਂ ਸਾਡੇ ਨਾਂ, ਗਰਦੌਰੀਆਂ ਸਾਡੇ ਨਾਂ ਤੇ ਨੇ। ਜੇ ਅਸੀਂ ਹੁਣ ਪੈਸੇ ਸਾਡੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਆ, ਅਸੀਂ ਉਹਨੂੰ ਦੇਣ ਨਹੀਂ ਜਾ ਸਕਦੇ ਕਿਉਂਕਿ ਉੱਥੇ ਜਾਈਏ ਤੇ ਬੈਂਕ 'ਚੋਂ ਕਢਾ ਕੇ ਉਹਨੂੰ ਦੇਈਏ। ਸਾਡੇ ਕੋਲ ਤੇ ਚੈੱਕ ਬੁੱਕਾਂ ਵੀ ਕੋਈ ਨਹੀਂ ਹੋਵੇ, ਸਾਡੀਆਂ ਉੱਥੇ ਇੰਡੀਆ ਦੇ ਲਾਕਰਾਂ 'ਚ ਪਈਆਂ। ਜੇ ਅਸੀਂ ਉਹਨੂੰ ਇਸ ਵੇਲੇ ਪੈਸੇ ਦੇ ਨਹੀਂ ਸਕਦੇ ਤੇ ਉਹ ਅਗਲੀ ਵਾਰੀ ਸਾਡੀ ਫਸਲ ਕਿਉਂ ਵਾਹਵੇਗਾ? ਸਾਡੀਆਂ NRIs ਦੀਆਂ ਜ਼ਮੀਨਾਂ ਫਿਰ ਬੰਜਰ ਕਰਨੀਆਂ, ਉੱਥੇ ਪਈਆਂ ਰਹਿਣਗੀਆਂ, ਉਹਨਾਂ ਨੂੰ ਕੋਈ ਵਾਹਵੇਗਾ ਨਾ, ਇਹਦਾ ਕੀ ਬਣੇਗਾ? ਉਹਨਾਂ ਦੀਆਂ 100 ਸਮੱਸਿਆਵਾਂ। ਕਈ NRI ਪਰਿਵਾਰ ਇਹੋ ਜਿਹੇ ਆ, ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਜਾਣਦਾ, ਪੜਦਾਦਾ ਮਰ ਗਿਆ, ਦਾਦਾ ਮਰ ਗਿਆ, ਪਿਓ ਮਰ ਗਿਆ, 4 ਪੀੜ੍ਹੀਆਂ ਹੋ ਗਈਆਂ, ਅਜੇ ਤੱਕ ਉਹਨਾਂ ਨੇ ਜ਼ਮੀਨ ਆਪਣੇ ਨਾਲ ਕਰਾਈ ਨਹੀਂ, ਪੜਦਾਦੇ ਦਾ ਹੀ ਚੱਲੀ ਆਉਂਦੀ ਹੈ। ਜਦ ਤੱਕ ਹੁਣ ਜੇ ਪਤਾ ਲੱਗੇ ਕਿ ਕਰਾਉਣੀ ਪੈਣੀ ਆ ਖੜੇ ਪੈਰ ਤਾਂ ਕਿ ਇਹਨਾਂ ਦੇ ਜਮ੍ਹਾਂਬੰਦੀ ਦੀਆਂ ਨਕਲਾਂ ਦੇ ਕੇ ਤੇ ਫਿਰ FCI ਤੋਂ ਪੈਸੇ ਮਿਲਣੇ ਆ, ਤੇ ਇਹ ਪਤਾ ਲੱਗ ਗਿਆ ਵੀ ਇਹਨਾਂ ਦੀ ਵੇਲਣੇ 'ਚ ਬਾਂਹ ਆਈ ਆ, ਤੇ ਜਿਹੜਾ ਪਟਵਾਰੀ ਆ ਤੇ ਤਹਿਸੀਲਦਾਰ ਆ ਉੱਦਾਂ ਇੰਤਕਾਲ ਦਾ 50,000 ਲੈਂਦੇ ਹੋਏ ਤੇ 5-5 ਲੱਖ ਉਹਨਾਂ ਤੋਂ ਮੰਗਣਗੇ। ਉਹਨਾਂ ਦੀ ਲੁੱਟ ਵਧਾਉਣ ਦਾ ਇੱਕ ਨਵਾਂ ਫਾਰਮੂਲਾ ਖੜਾ ਕਰਤਾ। ਉਹ ਤਾਂ ਬਾਹਰ ਬੈਠੇ ਤਰਾਹ ਕਰਦੇ ਪਏ ਆ ਕਿ ਸਾਡੀਆਂ ਜ਼ਮੀਨਾਂ ਦਾ ਸਾਡੇ ਵਾਸਤੇ ਮੁਸ਼ਕਲ ਖੜੀ ਕਰਦੇ ਪਏ ਆ। ਇੱਥੇ ਜਿਹੜੇ ਲੋਕ ਹਿੱਸੇ ਤੇ ਠੇਕੇ ਤੇ ਖੇਤੀ ਕਰਦੇ ਆ, ਉਹ ਕਹਿੰਦੇ ਜੀ ਖੇਤੀ ਅਸੀਂ ਕਰਦੇ ਆ, ਸਾਡੇ ਕੋਲ ਕੋਈ ਲਿਖਤ ਪੜਤ ਨਹੀਂ ਹੁੰਦੀ ਪਿੰਡਾਂ 'ਚ, ਮਾੜਾ ਮੋਟਾ ਜਿਹਾ ਕਿਤੇ ਆਪਸ ਵਿੱਚ ਬਹਿ ਕੇ ਗੱਲ ਕਰ ਲਈਦੀ ਹੈ। ਹੁਣ ਜੇ ਇਹਦੇ ਪੈਸੇ ਆ ਗਏ ਕਿਸਾਨ ਦੇ ਖਾਤੇ 'ਚ, ਅੱਗੋਂ ਕਿਸਾਨ ਜਿਹੜਾ ਉਹਦੇ ਤੋਂ ਆਪਣੀ ਫਸਲ ਜਿਹੜੀ ਅਸੀਂ ਵੇਚੀ ਆ ਉਹਦੇ ਪੈਸੇ ਲੈਣ ਲੱਗੇ ਤਰਲੇ ਕੱਢਾਂਗੇ। ਅਸੀਂ ਤਾਂ ਠੇਕੇ ਦੇ ਪੈਸੇ ਐਡਵਾਂਸ ਦੇ ਦਿੱਤੇ ਆ ਜੀ। ਜਿਹੜੇ ਹਿੱਸੇ ਵਾਲੇ ਉਹਨਾਂ ਤੇ ਫਸਲ ਆਈ ਤਾਂ ਦੇਣਾ ਉਹ 10-10 ਹਿੱਸਾ, ਪਰ ਜਿਹੜੇ ਠੇਕੇ ਵਾਲੇ ਆ ਉਹ ਕਹਿੰਦੇ ਆ ਜੀ ਅਸੀਂ ਉਹਦੇ ਕੋਲੋਂ ਹੁਣ ਉਹ ਪੈਸੇ ਮੁੜ ਕੇ ਸਾਨੂੰ ਦੇਵੇਗਾ ਕਿ ਨਹੀਂ ਦੇਵੇਗਾ, ਠੇਕੇ ਦੇ ਪੈਸੇ ਪਹਿਲਾਂ ਦੇ ਚੁੱਕੇ ਆ। ਇੱਕ ਨਵਾਂ ਸਿਆਪਾ। ਇਹ ਜਿਹੜਾ ਕੰਮ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਨੀਤ ਨਾਲ ਕੇਂਦਰ ਸਰਕਾਰ ਨੇ FCI ਦੇ ਰਾਹੀਂ ਕਰ ਦਿੱਤਾ ਕਿ ਜਿਹੜਾ ਵੀ ਜਮ੍ਹਾਂਬੰਦੀ ਦੀ ਨਕਲ ਪੇਸ਼ ਕਰੂਗਾ, ਵੈਬਸਾਈਟ ਤੇ ਚਾੜੂਗਾ, ਉਹਨੂੰ ਪੈਸੇ ਮਿਲਣੇ, ਦੂਜੇ ਨੂੰ ਨਹੀਂ ਮਿਲਣੇ। ਇਹਦੇ ਨਾਲ ਪਿੰਡ ਗਲੀ ਲੜਾਈਆਂ ਪੈਣੀਆਂ, ਔਰ ਸਭ ਤੋਂ ਵੱਧ ਇਹਦੇ ਉੱਤੇ ਤੰਗ ਹੋਣਗੇ NRI ਜਿਹੜੇ ਇੰਨੇ ਕੁ ਕੰਮ ਵਾਸਤੇ
ਨਾ ਆਪਣੀਆਂ ਨੌਕਰੀਆਂ ਛੱਡ ਕੇ ਆ ਸਕਦੇ ਆ, ਨਾ ਮਹਿੰਗੀਆਂ ਟਿਕਟਾਂ ਦਾ ਖਰਚਾ ਦੇ ਸਕਦੇ ਆ, ਨਾ ਕੋਵਿਡ ਦੇ ਚੱਕਰਾਂ ਵਿੱਚ ਪਹਿਲਾਂ ਇੱਥੇ ਆ ਕੇ 14 ਦਿਨ ਕੁਆਰੰਟਾਈਨ ਰਹੋ ਤੇ ਵਾਪਸ ਜਾ ਕੇ ਉੱਥੇ 14 ਦਿਨ ਕੁਆਰੰਟਾਈਨ ਰਹੋ। ਉਹ ਉਹਨਾਂ ਸਾਰਿਆਂ ਵਾਸਤੇ ਜਿੰਨੀ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ, ਉਹਦੇ ਤੋਂ ਇੱਕ ਨਹੀਂ ਕਈ ਦੇਸ਼ਾਂ ਦੇ ਵਿੱਚੋਂ ਸਾਨੂੰ ਫੋਨ ਆਉਂਦੇ ਪਏ ਆ ਕਿ ਸਰਕਾਰ ਸਾਡੇ ਬਾਰੇ ਕਿਉਂ ਨਹੀਂ ਸੋਚਦੀ ਪਈ। ਅਜੇ ਤਾਂ ਇਹ ਹੈ ਕਿ ਇਹਨਾਂ ਦਿਨਾਂ 'ਚ OCI ਕਾਰਡ ਬਾਰੇ ਵੀ ਚਰਚਾ ਸੁਣੀ ਹੈ ਕਿ ਉਹਦੇ 'ਚ ਕੁਝ ਹਦਾਇਤਾਂ ਬਦਲ ਦਿੱਤੀਆਂ ਗਈਆਂ ਨੇ। ਜੇ ਉਹ ਵੀ ਹਦਾਇਤਾਂ ਬਦਲ ਦਿੱਤੀਆਂ ਨੇ, ਬਹੁਤਾ ਕੁਝ ਬਦਲਿਆ ਪਿਆ, ਤੇ ਜਿਹੜੇ NRI ਆ ਉਹਨਾਂ ਨੂੰ ਮੁੜ ਕੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਡੇ, ਜੇ ਸਰਕਾਰ ਤੁਹਾਡੀ ਆ, ਤੁਹਾਡਾ ਭਾਰਤ ਨਾਲ ਮੋਹ ਚਾਹੀਦਾ, ਇਹ ਮੋਹ ਗੱਲੀ ਬਾਤੀ ਥੋੜ੍ਹਾ ਰਹਿ ਸਕਦਾ। ਮੋਹ ਦੇ ਵਾਸਤੇ ਕੁਝ ਕਰਨਾ ਪੈਂਦਾ, ਉਹਨਾਂ ਨੂੰ ਕੁਝ ਛੋਟਾਂ ਕੁਝ ਸਹੂਲਤਾਂ ਦੇਣੀਆਂ ਪੈਣਗੀਆਂ। ਤੇ ਜੇ ਇਸ ਤਰ੍ਹਾਂ ਦੀ ਹਾਲਤ ਹੋਵੇ ਕਿ ਉਹ ਉੱਥੇ ਫਸੇ ਹੋਣ, ਇੱਥੇ ਉਹਨਾਂ ਦੀਆਂ ਜ਼ਮੀਨਾਂ ਦੂਸਰਿਆਂ ਦੇ ਕੋਲ ਪਈਆਂ ਹੋਣ, ਉਹਨਾਂ ਨੂੰ ਉੱਥੇ ਉਹ ਜ਼ਮੀਨਾਂ ਵਰਤਣ ਵੀ ਨਾ ਦਿੱਤੀਆਂ ਜਾਣ, ਉਹਨਾਂ ਪੈਸਿਆਂ ਦਾ ਇਹੋ ਜਿਹਾ ਚੱਕਰ ਪਾ ਲਿਆ ਜਾਵੇ ਕਿ ਫਸਲ ਉਹਨਾਂ ਦੀ FCI ਚੁੱਕ ਲਵੇ ਪਰ ਪੈਸੇ ਨਾ ਮਿਲਣ, ਮੁੜ ਕੇ 2-2 3-3 ਸਾਲ ਉਹ ਗਰਦੌਰੀਆਂ ਤੇ ਇੰਤਕਾਲਾਂ ਦੇ ਚੱਕਰ ਵਿੱਚ ਤੁਰੇ ਰਹਿਣ, ਪਤਾ ਨਹੀਂ ਉਹ ਕਦੋਂ ਇੱਥੇ ਆਉਣਗੇ। ਉਹਨਾਂ ਚਿਰ ਤੱਕ ਪੈਸਾ ਜਿਹੜਾ ਉਹ ਕਾਠ ਵੱਜਾ ਰਵੇ, ਤੇ ਫਿਰ ਆਪਣੇ ਦੇਸ਼ ਦੀ ਧਰਤੀ ਨਾਲ, ਆਪਣੇ ਵਤਨ ਨਾਲ ਉਹਨਾਂ ਦਾ ਮੋਹ ਪੈ ਕਿੱਦਾਂ ਸਕਦਾ। ਇਹ ਤਾਂ ਉਲਟਾ ਸਗੋਂ ਉਹਨਾਂ ਨੂੰ ਤੰਗ ਕਰਕੇ ਮੋਹ ਤੋੜਨ ਵਾਲੀ ਗੱਲ ਜਿਹੜੀ ਸਰਕਾਰ ਕਰ ਰਹੀ ਹੈ। ਪਰ ਸਾਹਿਬ ਇੱਕ ਚੀਜ਼ ਹੋਰ ਆ, ਕਿਤੇ ਇਦਾਂ ਵੀ ਨਾ ਹੋਵੇ ਪਿਛਲੇ ਦਿਨਾਂ ਦੇ ਦੌਰਾਨ ਕੁਝ ਵੈਬਸਾਈਟ ਵੀ ਅਸੀਂ ਦੇਖੀਆਂ ਬਾਅਦ ਚ ਕਹਿੰਦੇ ਆ ਜੀ ਕ੍ਰੈਸ਼ ਹੋ ਗਈਆਂ, ਇਹ ਵੀ ਸਾਰੀਆਂ ਗੱਲਾਂ ਜੁੜੀ ਸਕਦੀਆਂ ਨਾਲ, ਕੁਝ ਵੀ ਬਹਾਨਾ ਲਗਾਇਆ ਜਾ ਸਕਦਾ। ਕੁਝ ਵੈਬਸਾਈਟਸ ਇਹੋ ਜਿਹੇ ਮੌਕਿਆਂ ਦੇ ਉੱਤੇ ਜਾਲੀ ਵੀ ਬਣ ਜਾਂਦੀਆਂ ਹੁੰਦੀਆਂ। ਸਾਡੇ ਪ੍ਰਧਾਨ ਮੰਤਰੀ ਦਫ਼ਤਰ ਮਨਮੋਹਨ ਸਿੰਘ ਦੇ ਵਕਤ ਇਹਨਾਂ ਸਾਈਟ ਬਣਾਈ ਸੀ PMO ਇੰਡੀਆ, ਉਹਦੇ ਨਾਲ ਜੋੜ ਕੇ ਲੋਕਾਂ ਨੇ ਕਿੰਨੀਆਂ ਸਾਰੀਆਂ ਸਾਈਟਸ ਬਣਾ ਲਈਆਂ। PM 0 ਕਰਤਾ, ਵੇਖਣ ਨੂੰ ਉਹ ਜਾਪਦਾ ਸੀ ਅੱਗੇ ਇੰਡੀਆ, ਕਿਸੇ ਨੇ ਕੀਤਾ ਕਿ PMO ਲਿਖ ਦਿੱਤਾ, ਇੰਡੀਆ ਲਿਖਣ ਲੱਗਿਆ ਉਹਦੇ I ਦੀ ਥਾਂ ਤੇ ਜਾਣ ਕੇ 1 ਪਾਤਾ, ਉਹ ਬਣਦਾ PMO ਇੰਡੀਆ ਹੀ ਸੀ, ਵੇਖਣ ਨੂੰ ਲੱਗਦਾ। ਉਹ ਸਾਰੀਆਂ ਜਾਲੀ ਬਣੀਆਂ ਸਨ, 8-9 ਬਣ ਗਈਆਂ। ਕਿਸੇ ਨੇ ਪਹਿਲੀ I ਦਾ 1 ਬਣਾਤਾ, ਕਿਸੇ ਨੇ ਮਗਰਲੀ I ਦਾ 1 ਬਣਾਤਾ। ਇਹ ਸਾਰੇ ਕਰਾ ਕੇ ਜੋ ਕੁਝ ਹੋਇਆ ਸੀ ਉਹਦੇ ਉੱਤੇ ਸਰਕਾਰ ਸਫਾਈਆਂ ਦਿੰਦੀ ਰਹੀ ਸੀ। ਇੱਥੇ ਤੇ ਇਸ ਗੱਲ ਦਾ ਵੀ ਡਰ ਆ ਵੀ ਕੱਲ ਨੂੰ ਵੈਬਸਾਈਟਾਂ ਵੀ ਇਹੋ ਜਿਹੀਆਂ ਜਾਲੀ ਨਾ ਬਣ ਜਾਣ। ਸੋ ਕੁਝ ਵੀ ਹੋ ਸਕਦਾ, ਕੁਝ ਵੀ ਕੀਤਾ ਜਾ ਸਕਦਾ। ਪਨੂੰ ਸਾਹਿਬ ਤੁਸੀਂ ਆਏ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।